D4 न्यूज़ देख रहे तमाम दोस्तों को दीपक भंडारी का नमस्कार। वर्ष 2020 लगभग ख़त्म होने वाला है। वर्ष 2021 स्टार्ट हो जाएगा। गुरु नानक देव अस्पताल को 2020 में किन चुनौतियों का सामना करना पड़ा? सबसे तो बड़ी बात ये थी, कोरोना काल था और गुरु नानक देव अस्पताल में आसपास के जिलों के भी मरीज भर्ती होते थे। पीपी किट का काफ़ी बवाल मचा। 41 लाख रुपए की घटिया किस्म की किटें खरीदी गई। उनका क्या हुआ कुछ नहीं पता चला। यहाँ पर ऑक्सीजन प्लांट शुरू किया गया, लेकिन वो ऑक्सीजन प्लांट 1 ही महीने चला, लेकिन बाद में फिर क्यों नहीं चला और क्यों फिर पुराने सिस्टम से गैस आती रही? कहीं ऐसा तो नहीं कुछ लोगों की फिर चांदी होती रही? इन सब बातों के लिए आज हम बात करेंगे गुरु नानक देव अस्पताल के मेडिकल सुपरिटेंडेंट डॉक्टर JP अत्री के साथ कि आखिरकार 2020 किन चुनौतियों भरा रहा और 2021 में अगर बात करें हम सरकारी मेडिकल कॉलेज और गुरु नानक देव अस्पताल को क्या क्या मिलने जा रहा है। सर नमस्कार जी। डॉक्टर साहब नमस्कार जी। पहले तो थोड़ा D4 न्यूज़ चैनल स्वागत है। डॉक्टर साहब थोड़ा 2020 ਕਿੰਨਾ ਚੁਣੌਤੀਆਂ ਪੂਰਾ ਰਿਹਾ ਤੁਹਾਡੇ ਲਈ? ਸਰ ਜ਼ਿਆਦਾ ਤੇ 2020 ਦੇ ਵਿੱਚ ਜੋ ਅਨਐਕਸਪੈਕਟਡ ਅਸੀਂ ਕਰੋਨਾ ਦੇ ਵਿੱਚ ਸ਼ਾਮਲ ਹੋ ਗਏ, ਕਰੋਨਾ ਡਿਜ਼ੀਜ਼ ਦੇ ਵਿੱਚ, ਉਹ ਅਨਐਕਸਪੈਕਟਡ ਸੀਗੀ ਔਰ ਕਿਸੇ ਨੂੰ ਵੀ ਕੁਝ ਨਹੀਂ ਪਤਾ ਤੇ ਸ਼ੁਰੂ ਤੇ ਕਿ ਕਿਸ ਤਰ੍ਹਾਂ ਦੀ ਬਿਮਾਰੀ ਹੈ, ਕੀ ਕਰਨਾ ਉਹਦੇ ਵਾਸਤੇ। ਲੇਕਿਨ ਹੌਲੀ ਹੌਲੀ ਉਹ ਸਾਰੇ ਸਾਡੇ ਸਟਾਫ ਜਿਹਨਾਂ ਨੇ ਰਲ ਕੇ ਮਿਹਨਤ ਕੀਤੀ, ਉਹਨਾਂ ਨੂੰ ਸਾਰੇ ਆਪੇ ਵੀ ਬਚੇ ਰਹੇ ਔਰ ਮਰੀਜ਼ਾਂ ਨੂੰ ਵੀ ਕਾਫੀ ਬਚਾਇਆ। ਜ਼ਿਆਦਾ ਸਾਨੂੰ ਇਸ ਦੌਰਾਨ 2020 ਦੇ ਵਿੱਚ ਕਰੋਨਾ ਦੇ ਪਾਸੇ ਆਪਾਂ ਲੱਗੇ ਰਹੇ। ਤੇ ਡਾਕਟਰ ਸਾਹਿਬ ਜੇ ਗੱਲ ਕਰੀਏ ਵੀ ਕਰੋਨਾ ਹੁਣ 2021 ਚ ਆਉਣ ਵਾਲਾ, ਕੁਝ ਨਵੀਆਂ ਗਾਈਡਲਾਈਨਸ ਆਈਆਂ ਸਰਕਾਰ ਦੀਆਂ ਵੀ ਕਿ 2021 ਚ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਅਪਡੇਟ ਕਰਨਾ? ਸਰਕਾਰ ਨੇ ਸਾਨੂੰ ਵਕਤ ਬਾਈ ਵਕਤ ਨਾਲ ਅਸੀਂ ਸਟੇਟ ਦੇ ਨਾਲ ਇੱਕ ਕਮੇਟੀ ਬਣੀ ਹੈ, ਸਟੇਟ ਕੋਆਰਡੀਨੇਸ਼ਨ ਕਮੇਟੀ ਹੈ। ਉਹਦੇ ਵਿੱਚ ਹਰ ਸੈਚਰਡੇ ਸਾਡੀ ਮੀਟਿੰਗ ਹੁੰਦੀ ਹੈ ਔਰ ਕੁਛ ਕੇ ਦੂਸਰੇ ਕੰਟਰੀ ਦੇ ਵਿੱਚ ਵੀ ਉਹਦੇ ਡਾਕਟਰ ਸ਼ਾਮਲ ਨੇ ਔਰ ਉਹਦੇ ਵਿੱਚ ਉਹ ਸਾਨੂੰ ਗਾਈਡ ਕਰਦੇ ਨੇ ਕਿ ਉਹਨਾਂ ਨੇ ਕੀ ਕੀਤਾ ਹੈ, ਕਿਸ ਤਰ੍ਹਾਂ ਬੈਟਰ ਜਿਹੜੀ ਪੇਸ਼ੈਂਟ ਮੈਨੇਜਮੈਂਟ ਕੀਤੀ ਔਰ ਆਊਟਕਮ ਕਿਸ ਤਰ੍ਹਾਂ ਬੈਟਰ ਆਈ ਹੈ। ਉਹਦੇ ਅਕੋਰਡਿੰਗਲੀ ਅਸੀਂ ਕਰ ਰਹੇ ਹਾਂ ਔਰ ਗੌਰਮੈਂਟ ਨੇ ਸਾਨੂੰ ਅਗਾਹ ਪਹਿਲਾਂ ਹੀ ਕਰ ਦਿੰਦੀ ਹੈ ਕਿ ਕੇਅਰਫੁਲ ਰਹਿਣਾ। ਜਿਸ ਤਰ੍ਹਾਂ ਪਹਿਲਾਂ ਸਾਨੂੰ ਹੁਣ ਦਸੰਬਰ ਮਹੀਨੇ ਉਹਨਾਂ ਨੇ ਦੱਸਿਆ ਸੀ ਕਿ ਇਸ ਤਰ੍ਹਾਂ ਕੇਅਰਫੁਲ ਰਹਿਣਾ। ਉਹਨਾਂ ਨੇ ਜੋ ਵੀ ਮੈਨੇਜਮੈਂਟ ਪੇਸ਼ੈਂਟ ਨੂੰ ਲੈ ਕੇ ਕਿ ਹੁਣ ਸਰਦੀ ਦਾ ਮੌਸਮ ਹੈ, ਹੀਟਰ ਸਟਾਰਟ ਕਰਵਾ ਦਿਓ ਜਾਂ ਕੰਬਲ ਉਹਦੇ ਅਕੋਰਡਿੰਗਲੀ ਆਪਾਂ ਕਰ ਰਹੇ ਹਾਂ। ਔਰ ਹੁਣ ਫਿਰ ਗੌਰਮੈਂਟ ਦੇ ਮਨ ਦੇ ਵਿੱਚ ਹੈ ਕਿ ਸ਼ਾਇਦ ਕਿ ਨੈਕਸਟ ਫਰਵਰੀ ਮਿਡ ਦੇ ਵਿੱਚ ਹੋਰ ਵੀ ਵੇਵ ਆ ਸਕਦੀ ਹੈ। ਡਾਕਟਰ ਸਾਹਿਬ ਕੁਝ ਉਹਨੂੰ ਲੈ ਕੇ ਬੈੱਡ ਵਧਾਏ ਨੇ ਤੇ ਜਾਂ ਕੁਝ ਵੈਂਟੀਲੇਟਰ ਦੇ ਬੈੱਡ ਜਾਂ ਆਕਸੀਜਨ ਮੋਨੀਟਰਿੰਗ ਜਿੱਥੇ ਉਹ ਬੈੱਡ ਵਧਾਏ ਨੇ ਸਾਰੇ? ਹਾਂ ਬਿਲਕੁਲ ਜੀ, ਬਿਲਕੁਲ। ਪਹਿਲਾਂ ਤਾਂ ਸਾਡੇ ਕੋਲ ਸਿਰਫ HDU ਬਹੁਤ ਥੋੜ੍ਹੇ ਬੈੱਡ ਸੀਗੇ। ਹੁਣ ਉਸ ਤੋਂ ਬਾਅਦ ਅਸੀਂ ਪਹਿਲਾਂ 92 ਬੈੱਡ ਕੀਤੇ ਸ਼ੁਰੂਆਤ 'ਚ, ਜਦੋਂ ਮਰੀਜ਼ ਸਾਡੇ ਕੋਲ ਹਜ਼ੂਰ ਸਾਹਿਬ ਤੋਂ ਆਏ ਸੀਗੇ। ਉਸ ਤੋਂ ਬਾਅਦ ਕਰਦੇ ਫਿਰ 125, ਫਿਰ 150। ਹੁਣ ਐਟ ਪ੍ਰੈਜੈਂਟ ਸਾਡੇ ਕੋਲ 160 ਬੈੱਡ ਨੇ ਜਿਹਦੇ ਉੱਤੇ ਵੈਂਟੀਲੇਟਰ ਇੰਸਟਾਲ ਹੋ ਸਕਦੇ ਨੇ ਐਂਡ ਟੋਟਲ ਜਿਹੜੀ ਬੈੱਡ ਕਪੈਸਿਟੀ ਫਾਰ ਕੋਵਿਡ ਉਹ 450 ਹੈ। ਹੁਣ ਵੈਂਟੀਲੇਟਰ ਵਾਲੇ ਵੀ ਹੋਰ ਇਨਕਰੀਜ਼ ਕਰਕੇ 200 ਬੈੱਡ ਤੱਕ ਕੰਪਲੀਟ ਕਰ ਰਹੇ ਹਾਂ ਆਪਾਂ ਕਿ 200 ਬੈੱਡ ਨੂੰ ਵੀ ਜ਼ਰੂਰਤ ਪੈ ਗਈ ਪੇਸ਼ੈਂਟ ਨੂੰ ਵੈਂਟੀਲੇਟਰ ਦੀ ਤੇ ਅਸੀਂ ਉਹ ਕਰ ਦਾਂਗੇ। ਅੱਛਾ ਡਾਕਟਰ ਸਾਹਿਬ ਸਰਕਾਰ ਵੱਲੋਂ 92 ਨਵੇਂ ਵੈਂਟੀਲੇਟਰ ਭੇਜੇ ਗਏ ਸੀ, ਪਰ ਹਜੇ ਤੱਕ ਉਹਨਾਂ ਚੋਂ 20 ਜਾਂ 22 ਵੈਂਟੀਲੇਟਰ ਐਸੇ ਨੇ ਜਿਹੜੇ ਇੰਸਟਾਲ ਹੀ ਨਹੀਂ ਕੀਤੇ ਗਏ। ਇਹ ਬੜੀ ਵੱਡੀ ਚੁਣੌਤੀ ਸੀ ਤੁਹਾਡੇ ਲਈ? ਵੈਂਟੀਲੇਟਰ ਦੇ ਐਟ ਅ ਟਾਈਮ ਸਾਨੂੰ ਕਦੇ ਵੀ ਮੋਰ ਦੈਨ 10 ਕਦੇ ਜ਼ਰੂਰਤ ਵੀ ਨਹੀਂ ਪਈ ਵੈਂਟੀਲੇਟਰ ਦੀ। ਅਸੀਂ ਜਿਹੜੇ ਅੱਛੀ ਕੰਪਨੀ ਦੇ ਵੈਂਟੀਲੇਟਰ ਉਹ ਸਾਡੇ ਕੋਲ 18 ਸੀਗੇ, ਬਾਕੀ ਸੈਂਟਰ ਗੌਰਮੈਂਟ ਤੋਂ ਆਏ ਸੀ ਥਰੂ ਪੰਜਾਬ ਗੌਰਮੈਂਟ, ਤੇ ਉਹ ਸਾਨੂੰ ਕਦੇ ਇਸ ਤਰ੍ਹਾਂ ਲੱਗਾ ਨਹੀਂ। ਵੈਸੇ 22 ਵੈਂਟੀਲੇਟਰ ਉਹ ਇੰਸਟਾਲ ਨੇ, ਸਾਨੂੰ ਹੈਂਡ ਓਵਰ ਨਹੀਂ ਕਰਕੇ ਗਏ ਕੰਪਨੀ, ਵੈਸੇ ਇੰਸਟਾਲ ਨੇ, ਉਹਨਾਂ ਨੂੰ ਯੂਜ਼ ਕੀਤਾ ਜਾ ਸਕਦਾ ਜੇ ਕਦੇ ਵੀ ਜ਼ਰੂਰਤ ਪੈਂਦੀ ਹੈ ਤਾਂ। ਸਰ ਸਾਡੀ ਜਾਣਕਾਰੀ ਅਨੁਸਾਰ ਉਹਨਾਂ ਨੂੰ ਆਪਰੇਸ਼ਨ ਥੀਏਟਰ 'ਚ ਇੱਕ ਸਾਈਡ 'ਤੇ ਰੱਖਿਆ ਗਿਆ ਹੈ। ਹਾਂ ਬਿਲਕੁਲ ਰੱਖਿਆ, ਕਿਉਂਕਿ ਕੰਪਨੀ ਨੇ ਅਜੇ ਤੱਕ ਸਾਨੂੰ ਸਾਡੇ ਐਨਸਥੀਸੀਆ ਡਿਪਾਰਟਮੈਂਟ ਨੂੰ ਉਹਨਾਂ ਨੇ ਹੈਂਡ ਓਵਰ ਕਰਨੇ ਹੁੰਦੇ ਨੇ, ਉਹ ਕਰਕੇ ਹੀ ਨਹੀਂ ਗਏ। ਅਸੀਂ ਬਾਰ ਰਿਮਾਈਂਡਰ ਭੇਜੇ ਨੇ, ਗੌਰਮੈਂਟ ਨੂੰ ਵੀ ਭੇਜੇ, ਉਸ ਕੰਪਨੀ ਨੂੰ ਵੀ ਆਪਾਂ ਕਿਹਾ ਹੈ, ਲੇਕਿਨ ਉਹ ਅਜੇ ਤੱਕ ਕਰਕੇ ਨਹੀਂ ਗਏ। ਅੱਛਾ ਡਾਕਟਰ ਸਾਹਿਬ ਇੱਕ 2020 ਚ ਤੁਹਾਡੇ ਮੈਡੀਕਲ ਸੁਪਰਡੈਂਟ ਬਣਨ ਤੋਂ ਪਹਿਲੇ ਇੱਕ PP ਕਿੱਟਾਂ ਦੀ ਬਹੁਤ ਗੱਲ ਚੱਲੀ ਸੀ ਇੱਥੇ ਵੀ PP ਕਿੱਟਾਂ ਜਿਹੜੀਆਂ ਉਹ ਘਟੀਆ ਕਿਸਮ ਦੀਆਂ ਪਾਉਂਦਿਆਂ ਫਟ ਜਾਂਦੀਆਂ। ਉਦੋਂ ਐਕਸ ਪ੍ਰਿੰਸੀਪਲ ਸੀਗੇ ਡਾਕਟਰ ਸੁਜਾਤਾ ਸ਼ਰਮਾ, ਉਹਨਾਂ ਨੇ ਕਿਹਾ ਸੀ ਵੀ ਅਸੀਂ ਕੰਪਨੀ ਨੂੰ ਵਾਪਸ ਕਰਕੇ ਪੈਸੇ ਵਾਪਸ ਲਵਾਂਗੇ, ਲੇਕਿਨ ਇਹ ਸੱਚਾਈ ਹਜੇ ਤੱਕ ਸਾਹਮਣੇ ਆਈ ਨਹੀਂ। ਇਨਫੈਕਟ ਉਸ ਵਕਤ ਮੈਂ ਮੈਂਬਰ ਸੀਗਾ PP ਕਿੱਟ ਦੇ ਇੰਸਪੈਕਸ਼ਨ ਕਮੇਟੀ ਦਾ ਮੈਂਬਰ ਸੀ ਔਰ ਮੈਂ ਸਾਰੀਆਂ ਕਿੱਟ ਇੰਸਪੈਕਸ਼ਨ ਕਰਕੇ ਸਾਡੀ ਕਮੇਟੀ ਨੇ ਉਹ ਪ੍ਰਿੰਸੀਪਲ ਨੂੰ ਹੈਂਡ ਓਵਰ ਕੀਤੀ ਸੀ ਔਰ ਪ੍ਰਿੰਸੀਪਲ ਨੇ ਅੱਗੇ DRDO ਨੂੰ ਭੇਜੀਆਂ ਸੀਗੀਆਂ।
ਉਹਦੀ ਰਿਪੋਰਟ ਵੀ ਪਤਾ ਲੱਗਾ ਕਿ ਆ ਗਈ ਹੈ ਐਂਡ ਉਹ ਗਵਰਨਮੈਂਟ ਨੂੰ ਭੇਜੀ ਦੀ ਹੈ। ਅਜੇ ਉਹ ਗਵਰਨਮੈਂਟ ਦਾ ਕੀ ਫੈਸਲਾ ਉਹ ਸਾਨੂੰ ਅਜੇ ਪਤਾ ਨਹੀਂ ਲੱਗਿਆ ਉਹਦੇ ਬਾਰੇ। ਤੇ ਡਾਕਟਰ ਸਾਹਿਬ ਕੁਝ ਲੋਕ ਸ਼ਾਮਲ ਸੀਗੇ, ਉਹ ਸਾਰੀ ਰਿਪੋਰਟ ਦੇ ਵਿੱਚ ਲਿਖਿਆ ਹੈ? ਨਹੀਂ, ਅਸੀਂ ਪੀਪੀ ਕਿੱਟ ਜਿਹੜੀਆਂ ਨੇ ਵੱਖਰੀ ਵੱਖਰੀ ਕੰਪਨੀ ਨੇ ਉਹ ਪਹਿਨਯੋਗ ਹੈ ਜਾਂ ਨਹੀਂ ਹੈ, ਅਸੀਂ ਉਹਦੇ ਬਾਰੇ ਕਮੈਂਟ ਕੀਤਾ ਹੈ। ਅਸੀਂ ਕੋਈ ਬੰਦਾ ਸ਼ਾਮਲ ਹੈ ਜਾਂ ਨਹੀਂ ਹੈ, ਇਹ ਜਿਹੜੇ IAS ਆਫੀਸਰ ਸੀਗੇ ਉਹਨਾਂ ਨੇ ਇਨਕੁਆਇਰੀ ਕੀਤੀ ਔਰ ਉਹਨਾਂ ਨੇ ਕੀ ਰਿਪੋਰਟ ਦਿੱਤੀ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੈ। ਅੱਛਾ ਡਾਕਟਰ ਸਾਹਿਬ, ਇੱਕ ਗਲੂਕੋਜ਼ ਪਲਾਂਟ ਇੱਥੇ ਗਲੂਕੋਜ਼ ਪਲਾਂਟ ਬੰਦ ਹੈ, ਆਕਸੀਜਨ ਪਲਾਂਟ ਸ਼ੁਰੂ ਹੁੰਦਾ ਹੈ ਲੇਕਿਨ ਉਹ 1 ਮਹੀਨਾ ਚੱਲ ਪਾਉਂਦਾ ਹੈ, ਕੀ ਰੀਜ਼ਨ ਹੈ ਇਹ ਕਿਉਂਕਿ ਉਹਦਾ ਫਾਇਦਾ ਵੀ ਕਾਫੀ ਹੋਇਆ ਸੀਗਾ। ਹਾਂ, ਡੈਫੀਨੇਟਲੀ ਸਾਨੂੰ ਬਹੁਤ ਫਾਇਦਾ ਹੋਇਆ ਉਸ ਕੋਵਿਡ ਦੇ ਦੌਰਾਨ। ਉਸ ਵਕਤ ਲਗਭਗ ਸਿਲੰਡਰਾਂ ਦੀ ਜੋ ਕੰਜ਼ੰਪਸ਼ਨ ਸੀਗੀ ਉਹ ਇਨ ਰੁਪੀਜ਼ ਉਹ ਲਗਭਗ 50-60 ਲੱਖ ਤੱਕ ਪਹੁੰਚ ਗਈ ਸੀ ਪਰ ਮੰਥ। ਜਦੋਂ ਪਲਾਂਟ ਹੋਇਆ ਸਾਨੂੰ 25% ਦੇ ਕਰੀਬ ਸੇਵਿੰਗ ਵੀ ਹੋਈ। ਉਸ ਵਕਤ ਗਵਰਨਮੈਂਟ ਨੇ ਸਾਨੂੰ 1 ਮਹੀਨੇ ਦੀ ਇਜਾਜ਼ਤ ਦਿੱਤੀ ਸੀਗੀ ਲਿਕੁਇਡ ਆਕਸੀਜਨ ਮੰਗਾਉਣ ਦੀ ਔਰ ਇਹੀ 1 ਮਹੀਨਾ ਉਹ ਯੂਜ਼ ਵੀ ਕੀਤਾ। ਉਸ ਤੋਂ ਬਾਅਦ ਗਵਰਨਮੈਂਟ ਨੇ ਫਿਰ ਪਰਮਿਸ਼ਨ ਨਹੀਂ ਦਿੱਤੀ। ਫਿਰ ਅਸੀਂ ਗਵਰਨਮੈਂਟ ਨੂੰ ਲਿਖਿਆ। ਹੁਣ ਜਦੋਂ ਗਵਰਨਮੈਂਟ ਨੇ ਸਾਨੂੰ ਦੁਬਾਰਾ ਪਰਮਿਸ਼ਨ ਦੇ ਦਿੱਤੀ ਹੈ ਕਿ ਜਿੰਨੀ ਦੇਰ ਤੱਕ ਟੈਂਡਰ ਪ੍ਰੋਸੈਸ ਅੰਡਰ ਟੈਂਡਰ ਪ੍ਰੋਸੈਸ ਹੈ, ਜਿੰਨੀ ਦੇਰ ਤੱਕ ਟੈਂਡਰ ਪ੍ਰੋਸੈਸ ਪੂਰਾ ਨਹੀਂ ਹੁੰਦਾ ਤੁਸੀਂ ਲਿਕੁਇਡ ਆਕਸੀਜਨ ਉੱਥੋਂ ਸੇਮ ਰੇਟ 'ਚ ਮੰਗਾ ਸਕਦੇ ਆ। ਅਸੀਂ ਕੰਪਨੀ ਨੂੰ ਦੁਬਾਰਾ ਈਮੇਲ ਕੀਤੀ, ਕੰਪਨੀ ਨਾਲ ਕਰ ਰਹੇ ਆ। ਉਹ ਕੋਈ ਜੋ ਕਿਰਾਇਆ ਵਗੈਰਾ ਟਰੱਕ ਦਾ ਉਹ ਥੋੜ੍ਹਾ ਜਿਹਾ ਹੈ, ਬਹੁਤ ਜਲਦੀ ਹੋ ਜਾਏਗਾ ਉਹ ਵੀ ਸਾਲ। ਡਾਕਟਰ ਸਾਹਿਬ, ਇੱਕ ਬੜਾ ਬਵਾਲ ਹੋਇਆ ਸੀ, ਡਾਕਟਰ ਕੁਲਾਰ ਸੀ ਜਿਹੜੇ ਵਾਈਸ ਪ੍ਰਿੰਸੀਪਲ ਨੇ, ਉਹਨਾਂ ਨੇ ਪਕੜਿਆ ਸੀ ਗੈਸ ਚੋਰੀ ਹੁੰਦੀ ਹੈ ਇੱਥੋਂ ਬੜੀ ਜ਼ਿਆਦਾ। ਇਸੇ ਕਰਕੇ ਸ਼ਾਇਦ ਇਹਦਾ ਲਿਕੁਇਡ ਗੈਸ ਪਲਾਂਟ ਨੂੰ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਸੀ ਕਿ ਫਿਰ ਉਹੀ ਸਿਸਟਮ ਤਾਂ ਨਹੀਂ ਸ਼ੁਰੂ ਹੋਇਆ ਕਿ ਪਤਾ ਨਹੀਂ ਚੱਲਦਾ ਗੈਸ ਭਰੀ ਆ ਰਹੀ ਹੈ ਕਿ ਖਾਲੀ ਆ ਰਹੀ ਹੈ ਤੇ ਕੌਣ ਲੋਕ ਸ਼ਾਮਲ ਸੀ, ਇਹ ਵੀ ਸਾਹਮਣੇ ਨਹੀਂ ਸੀ ਆਇਆ। ਨਹੀਂ, ਇਸ ਤਰ੍ਹਾਂ ਨਹੀਂ ਹੈ ਕਿ ਜਿਹੜੇ ਸਾਡੇ ਐਡੀਸ਼ਨਲ ਸੈਕਟਰੀ ਮੈਡੀਕਲ ਐਜੂਕੇਸ਼ਨ ਹਿਮਾਂਸ਼ੂ ਅਗਰਵਾਲ ਜੀ, ਉਹਨਾਂ ਨੇ ਸਪੈਸ਼ਲ ਬੰਦੇ ਇੱਥੇ ਲਗਾਏ ਦੇ ਨੇ ਕਿ ਜਦੋਂ ਸਿਲੰਡਰ ਆਉਂਦੇ ਨੇ ਉਹਦੇ ਵਿੱਚ ਕਿੰਨੀ ਗੈਸ ਹੈ ਭਰੀ ਦੀ, ਕਿੰਨਾ ਪ੍ਰੈਸ਼ਰ ਹੈ, ਕਿੰਨਾ ਉਹ ਸਾਰਾ ਦਾ ਸਾਰਾ ਉਹ ਉਸ ਤੋਂ ਬਾਅਦ ਹੀ ਇਹ ਟੇਕ ਓਵਰ ਕਰੀਦਾ ਕਿ ਜੇ ਪ੍ਰੈਸ਼ਰ ਮੇਨਟੇਨਡ ਹੈ ਉਹਦਾ ਪੂਰਾ ਉਹ ਕਰੀਦਾ, ਜੇ ਪ੍ਰੈਸ਼ਰ ਘੱਟ ਹੈ ਉਹਨਾਂ ਨੂੰ ਵਾਪਸ ਭੇਜ ਦਿੰਦੇ ਉਸ ਤਰ੍ਹਾਂ। ਤੇ ਡਾਕਟਰ ਸਾਹਿਬ, ਜੇ ਅਸੀਂ ਕਰੋਨਾ ਤੋਂ ਇਲਾਵਾ ਜੇ ਅਸੀਂ ਕਿ ਗੁਰੂ ਨਾਨਕ ਦੇਵ ਹਸਪਤਾਲ ਲਈ ਸਭ ਤੋਂ ਜ਼ਿਆਦਾ ਚੈਲੰਜਿੰਗ 2020 'ਚ ਕੀ ਰਿਹਾ? ਤਾਂ ਇੱਕ ਕਰੋਨਾ ਤਾਂ ਹੈ ਸੀ, ਇੱਕ ਸਟਾਫ ਦੀ ਜਿਹੜੀ ਟ੍ਰੇਨਿੰਗ ਐਂਡ ਉਹਦੀ ਸ਼ਾਰਟੇਜ ਵੀ ਕਹਿ ਸਕਦੇ ਹਾਂ। ਬਹੁਤ ਸਾਰੇ ਜਿਹੜੇ ਕੰਮ ਸੀਗੇ ਉਹ ਐਨਸਥੀਸੀਆ ਡਿਪਾਰਟਮੈਂਟ ਔਰ ਮੈਡੀਸਨ ਡਿਪਾਰਟਮੈਂਟ ਹੀ ਕਰਦਾ ਸੀਗੇ। ਇਹਦੇ ਵਿੱਚ ਡੈਫੀਸ਼ੈਂਸੀ ਸੀਗੀ। ਗਵਰਨਮੈਂਟ ਨੇ ਭਰਨ ਦੀ ਕੋਸ਼ਿਸ਼ ਵੀ ਕੀਤੀ ਕਿ ਅਸੀਂ, ਲੇਕਿਨ ਉਹ ਆਏ ਨਹੀਂ ਸਾਡੇ ਕੋਲ, ਉਹ ਜੁਆਇਨ ਨਹੀਂ ਕੀਤੇ। ਇੱਕ AP ਦੀਆਂ 10 ਪੋਸਟਾਂ ਕੱਢੀਆਂ ਸੀਗੀਆਂ, ਉਹ ਵੀ ਨਹੀਂ ਜੁਆਇਨ ਕਰ ਪਾਏ ਕਿ ਕਿਉਂਕਿ ਪ੍ਰਾਈਵੇਟ ਐਂਡ ਗਵਰਨਮੈਂਟ ਸੈਕਟਰ 'ਚ ਪੇ ਦਾ ਬਹੁਤ ਫਰਕ ਸੀ, ਇਸ ਕਰਕੇ ਨਹੀਂ ਕਰ ਪਾਏ। ਮਤਲਬ ਤੁਹਾਨੂੰ ਲੱਗਦਾ ਕਿ ਪ੍ਰਾਈਵੇਟ ਸੈਕਟਰ 'ਚ ਸਪੈਸ਼ਲਿਸਟ ਜਿਹੜੇ ਡਾਕਟਰ ਉਹਨਾਂ ਨੂੰ ਜ਼ਿਆਦਾ ਪੈਸੇ ਮਿਲਦੇ ਤੇ ਗਵਰਨਮੈਂਟ ਸੈਕਟਰ 'ਚ ਪ੍ਰੈਸ਼ਰ ਜ਼ਿਆਦਾ ਹੈ, ਪੈਸੇ ਵੀ ਘੱਟ ਮਿਲਦੇ ਆ, ਤਾਂ ਕਰਕੇ ਲੋਕਾਂ ਦਾ ਰੁਝਾਨ ਘੱਟ ਹੈ? ਬਿਲਕੁਲ ਜੀ। ਜੋ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਆਪਾਂ ਐਨਸਥੀਸੀਆ ਡਿਪਾਰਟਮੈਂਟ ਦੀ ਹੀ ਗੱਲ ਕਰੀਏ ਤਾਂ ਜਦੋਂ ਕੋਈ ਇੱਥੋਂ PG ਪਾਸ ਕਰਦਾ ਹੈ ਉਹਨੂੰ ਬਾਹਰ 1.5 ਲੱਖ ਦੇ ਕਰੀਬ ਇਨੀਸ਼ੀਅਲ ਪੈਕੇਜ ਮਿਲ ਜਾਂਦਾ ਹੈ ਔਰ ਇੱਥੇ ਜੋ ਪੈਕੇਜ ਹੈ ਗਵਰਨਮੈਂਟ ਸੈਕਟਰ ਦੇ ਵਿੱਚ ਉਹ ਕੋਈ 64,000 ਮਿਲਦਾ ਹੈ। ਇਸ ਕਰਕੇ ਬਹੁਤ ਸਾਰੇ ਲੋਕ ਬਾਹਰ ਜਾਣਾ ਪ੍ਰੈਫਰ ਕਰਦੇ ਨੇ। ਤੇ ਡਾਕਟਰ ਸਾਹਿਬ, ਅਸੀਂ ਜੇ ਹੁਣ 2021 ਦੀ ਗੱਲ ਕਰੀ ਤੇ 2021 'ਚ ਕੀ ਮਿਲਣ ਦੀ ਸੰਭਾਵਨਾ ਹੈ ਗੁਰੂ ਨਾਨਕ ਦੇਵ ਹਸਪੀਟਲ ਨੂੰ? ਸਰ, 2021 ਦੇ ਵਿੱਚ ਇੱਕ ਤਾਂ ਅਸੀਂ ਇੱਕ ਹੋਰ 20,000 ਲੀਟਰ ਦਾ ਆਕਸੀਜਨ ਪਲਾਂਟ, ਲਿਕੁਇਡ ਆਕਸੀਜਨ ਪਲਾਂਟ ਲਗਾ ਰਹੇ ਹਾਂ। ਇੱਕ ਸਟੇਟ ਕੈਂਸਰ ਇੰਸਟੀਟਿਊਸ਼ਨ ਹੈ ਜਿਹੜੀ ਸਾਨੂੰ ਜੂਨ ਮਹੀਨੇ ਮਿਲ ਰਹੀ ਹੈ। ਇੱਕ STP ਅਸੀਂ ਜੋ ਹੈ ਪੋਲੂਸ਼ਨ ਬੋਰਡ ਵਾਲਿਆਂ ਦੀ ਰਿਕੁਆਇਰਮੈਂਟ ਵੀ ਹੈ ਔਰ ਉਹ ਵੀ ਸਾਨੂੰ ਮਿਲਣ ਜਾ ਰਿਹਾ। ਉਹਦੀ ਟੈਂਡਰ ਪ੍ਰੋਸੈਸ ਹੋ ਗਿਆ ਔਰ ਕੰਮ ਸ਼ੁਰੂ ਕਰ ਦਿੱਤਾ ਹੈ। ਪਲੱਸ ਆਪਰੇਸ਼ਨ ਥੀਏਟਰ ਦੇ ਵਿੱਚ ਬਹੁਤ ਦੇਰ ਤੋਂ ਚੱਲ ਨਹੀਂ ਰਹੀ ਸੀ, AC ਵਗੈਰਾ ਨਹੀਂ ਚੱਲੀ, ਉਹਦੀ ਐਡਮਿਨ ਅਪਰੂਵਲ ਆ ਗਈ ਹੈ ਔਰ ਜਦੋਂ ਸਾਨੂੰ ਬਾਕੀ ਅਪਰੂਵਲ ਆਉਂਦੀ ਹੈ ਉਹ ਵੀ ਕਾਫੀ ਇੰਪੋਰਟੈਂਟ ਹੈਗਾ ਹੈ ਸਾਡੇ ਵਾਸਤੇ। ਫਿਰ ਇੱਕ ਦੂਸਰਾ ਜਿਹੜਾ ਸਾਰਾ ਕਲੋਨੀ ਦੇ ਵਿੱਚ ਸੀਵਰੇਜ ਵਗੈਰਾ ਦੀ ਪਾਈਪਲਾਈਨ ਉਹ ਵੀ ਡਲਣ ਜਾ ਰਹੀ ਹੈ ਇਹਦੇ ਵਿੱਚ। ਅੱਛਾ ਡਾਕਟਰ ਸਾਹਿਬ, ਕੈਥ ਲੈਬ 1 ਕਰੋੜ ਰੁਪਏ ਦੀ ਲਗਾਈ ਜਾਂਦੀ ਹੈ। ਪ੍ਰਾਈਵੇਟ ਹਸਪੀਟਲ 'ਚ ਤਾਂ ਕੋਈ ਇੰਸਟਰੂਮੈਂਟ ਆਉਂਦਾ ਹੈ ਉਹ ਫਟ ਯੂਜ਼ ਹੁੰਦਾ ਹੈ, ਬਟ ਸਰਕਾਰੀ ਹਸਪੀਟਲ ਤੁਹਾਨੂੰ ਲੱਗਦਾ ਕਿ ਪੈਸੇ ਦੀ ਜਿਹੜੀ ਹੈ ਉਹ ਪੈਸੇ ਦੀ ਬਰਬਾਦੀ ਹੋ ਰਹੀ ਹੈ? ਕਈ ਕੈਥ ਲੈਬ ਚਲਾਉਣ ਵਾਸਤੇ ਕਈ
ਪੈਰਾਮੈਡੀਕਲ ਦੀ ਜ਼ਰੂਰਤ ਹੈ, ਉਹਦੇ ਵਾਸਤੇ ਅਸੀਂ ਸਰਕਾਰ ਨੂੰ ਲਿਖਿਆ। ਸਰਕਾਰ ਉਹਦੇ ਬਾਰੇ ਬਹੁਤ ਗਹਿਰਾਈ ਨਾਲ ਸੋਚ ਵੀ ਰਹੀ ਹੈ, ਔਰ ਜਦੋਂ ਜਿਹੜੀਆਂ ਹੁਣ ਪੋਸਟਾਂ ਆ ਰਹੀਆਂ ਨੇ ਉਹਦੇ ਵਾਸਤੇ ਜੇ ਪੋਸਟਾਂ ਫਿਲ ਹੋ ਗਈਆਂ ਤੇ ਉਹ ਬੜੀ ਜਲਦੀ ਚਾਲੂ ਹੋ ਜਾਏਗੀ। ਉਹ ਕਾਰਡੀਓਲੋਜਿਸਟ ਨਾਲ ਜਦੋਂ ਗੱਲ ਕਰੀਏ ਤੇ ਉਹ ਕਹਿੰਦੇ ਨੇ ਕਿ ਸਾਨੂੰ ਪੈਰਾਮੈਡੀਕਲ ਸਟਾਫ ਦੀ ਲੋੜੀਂਦਾ ਹੈ, ਉਹ ਆਏਗਾ ਤਾਂ ਫਿਰ ਹੀ ਸਟਾਰਟ ਕਰ ਪਾਵਾਂਗੇ। ਅੱਛਾ ਡਾਕਟਰ ਸਾਹਿਬ, ਗੁਰੂ ਨਾਨਕ ਦੇਵ ਹਸਪੀਟਲ ਨੂੰ ਜਿਹੜਾ ਉਹ ਕੰਮ ਚਲਾਉਣਾ ਪੈ ਰਿਹਾ ਹੈ, ਰੀਇੰਪਲਾਈਮੈਂਟ ਰੱਖੀ ਜਾਂਦੇ ਡਾਕਟਰ। ਗੱਲ ਫਿਰ ਹੈ ਕਿ ਨਵੇਂ ਡਾਕਟਰ ਆਉਣਾ ਨਹੀਂ ਚਾਹੁੰਦੇ, ਇਸ ਕਰਕੇ ਰੀਇੰਪਲਾਈ ਕਰਨਾ ਪੈ ਰਿਹਾ ਜਾਂ ਕੋਈ ਹੋਰ ਸਿਸਟਮ 'ਚ ਕਮੀ ਹੈ? ਨਹੀਂ, ਇਸ ਤਰ੍ਹਾਂ ਵੀ ਨਹੀਂ ਕਹਿ ਸਕਦੇ। ਸਰਕਾਰ DPC ਕੰਟੀਨਿਊਸ ਕਰ ਰਹੀ ਹੈ, ਔਰ ਅੱਜ ਦੀ ਡੇਟ ਦੇ ਵਿੱਚ ਐਜ਼ ਪਰ MCI ਜੋ ਹੈ ਸਾਡੀ ਰਿਕੁਆਇਰਮੈਂਟ ਪੂਰੀ ਅਸੀਂ ਫੁਲਫਿਲ ਕਰਦੇ ਹਾਂ। ਇਹਦੇ ਬਾਵਜੂਦ ਵੀ ਥੀਸ ਆਰ ਦੀ ਐਡੀਸ਼ਨਲ ਪੋਸਟ ਜਿਹੜੇ ਰੀਇੰਪਲਾਇਡ ਆ ਰਹੇ ਨੇ। ਐਜ਼ ਪਰ MCI ਅਸੀਂ ਪੂਰੇ ਨਾਮਸ ਪੂਰੇ ਕਰਦੇ ਪਏ ਨੇ। ਹੁਣ ਜਦੋਂ ਗਵਰਨਮੈਂਟ 200 ਤੋਂ 250 ਪੋਸਟਾਂ ਕਰ ਰਹੀ ਹੈ, ਉਹਨਾਂ ਨੇ ਸਾਡੇ ਕੋਲ ਕੱਲ੍ਹ ਹੀ ਇੱਕ ਲੈਟਰ ਲਿਖਵਾਈ ਹੈ ਕਿ ਤੁਸੀਂ ਸਾਨੂੰ ਸਟਾਫ ਐਂਡ ਕੋਈ ਹੋਰ ਜਿਹੜੇ ਇਕਵਿਪਮੈਂਟ ਵਗੈਰਾ ਦੀ ਜਿਹੜੀ ਤੁਹਾਨੂੰ ਜ਼ਰੂਰਤ ਆ ਉਹ ਲਿਖ ਕੇ ਭੇਜੋ। ਅਸੀਂ ਕੱਲ੍ਹ ਲਿਖ ਕੇ ਭੇਜੀਏ, ਔਰ ਅੱਜ ਪ੍ਰਿੰਸੀਪਲ ਸਾਹਿਬ ਉੱਥੇ ਗਏ ਨੇ, ਉਹਨਾਂ ਦੀ ਮੀਟਿੰਗ ਹੋ ਰਹੀ ਉਸ ਸੰਬੰਧੀ, ਔਰ ਮੇਰਾ ਖਿਆਲ ਜਲਦੀ ਉਹ ਵੀ ਪੂਰਾ ਹੋ ਜਾਏਗਾ। ਡਾਕਟਰ ਸਾਹਿਬ, ਹੋਰ ਕੁਝ ਤੁਸੀਂ ਕਹਿਣਾ ਚਾਹੋ? बस कोई खास था नहीं। ये थे गुरु नानक देव अस्पताल के मेडिकल सुपरिटेंडेंट डॉक्टर JP अत्री, जिन्होंने बताया है कि 2020 में इन्हें किन चुनौतियों का सामना करना पड़ा और 2021 में क्या क्या मेडिकल कॉलेज और गुरु नानक देव अस्पताल को मिलेगा। सबसे अहम बात ये रही PP किटों में कौन लोग शामिल थे कि जिन्होंने ये घटिया किटें खरीदी, इसका खुलासा नहीं हो सका। एक ही महीने जो है जो ये लिक्विड गैस प्लांट चलाया, जिसमें 25% से फ़ायदा हुआ। यदि 60 लाख की गैस हर महीने ऑक्सीजन की खर्च होती तो ये 15 लाख रुपए का फ़ायदा हुआ। क्या कुछ लोग इसे चलने नहीं देना जा रहे हैं, ये जो है समझ से परे है। और STP भी बड़ी सालों से डिमांड थी कि गुरु नानक देव अस्पताल में नहीं, वो भी लगने जा रहा है। और भी कई चीज़ें जो सरकार है वो इन खामियों को इन्हें उम्मीद है कि पूरा कर दिया जाएगा। कैथ लैब चलेगी या नहीं, इस पर संशय बरकरार है। अमृतसर से D4U न्यूज़ के लिए दीपक भंडारी की खास रिपोर्ट।